ਤਾਂ ਵੱਡੀ ਖਬਰ ਇਸ ਵੇਲੇ ਦੀ ਦੋ ਹੋਰ ਬਾਈਕ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਵੱਲੋਂ। ਇੱਕ ਬੁਲਟ ਤੇ ਇੱਕ ਹੋਰ ਬਾਈਕ ਬਰਾਮਦ ਕੀਤੀ ਹੈ। ਅੰਮ੍ਰਿਤਪਾਲ ਦੇ ਸਾਥੀਆਂ ਨੇ ਬਾਈਕ ਖੋਹੀ ਸੀ। ਜੋ ਖਬਰਾਂ ਮਿਲ ਰਹੀਆਂ ਨੇ ਆਪਣੀ ਬੁਲਟ ਛੱਡ ਕੇ ਫਰਾਰ ਹੋ ਗਏ ਸੀ। ਬਾਈਕ ਖੋਹੀ ਸੀ ਅੰਮ੍ਰਿਤਪਾਲ ਦੇ ਸਾਥੀਆਂ ਦੇ ਵੱਲੋਂ। ਪੁਲਿਸ ਨੇ ਇੱਕ ਬੁਲਟ ਤੇ ਇੱਕ ਖੋਹੀ ਹੋਈ ਬਾਈਕ ਬਰਾਮਦ ਕੀਤੀ ਹੈ। ਅੰਮ੍ਰਿਤਪਾਲ ਦੇ ਨਾਲ ਜੁੜੀ ਵੱਡੀ ਖਬਰ ਹੈ। ਹੋਰ ਜਿਹੜੇ ਵਾਹਨ ਨੇ ਉਹ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਜਾ ਰਹੇ ਨੇ। ਦੋ ਹੋਰ ਬਾਈਕ ਪੁਲਿਸ ਨੇ ਬਰਾਮਦ ਕੀਤੇ ਨੇ। ਇਸ ਦੇ ਵਿੱਚ ਇੱਕ ਬੁਲਟ ਮੋਟਰਸਾਈਕਲ ਹੈ ਤੇ ਇੱਕ ਹੋਰ ਬਾਈਕ ਬਰਾਮਦ ਹੋਈ ਹੈ ਜੋ ਅੰਮ੍ਰਿਤਪਾਲ ਦੇ ਸਾਥੀਆਂ ਦੇ ਵੱਲੋਂ ਕਿਸੇ ਤੋਂ ਖੋਹੀ ਗਈ ਸੀ। ਕਿਸੇ ਤੋਂ ਖੋ ਕੇ ਇਸ ਬਾਈਕ ਦਾ ਇਸਤੇਮਾਲ ਕੀਤਾ ਗਿਆ ਸੀ। ਆਪਣੀ ਬੁਲਟ ਛੱਡ ਕੇ ਫਰਾਰ ਹੋ ਗਏ ਸੀ ਤੇ ਕਿਸੇ ਹੋਰ ਤੋਂ ਬਾਈਕ ਖੋ ਕੇ ਫਰਾਰ ਹੋਏ ਸੀ। ਤਾਂ ਪੁਲਿਸ ਦੇ ਵੱਲੋਂ ਇੱਕ ਬੁਲਟ ਤੇ ਇੱਕ ਖੋਹੀ ਹੋਈ ਬਾਈਕ ਬਰਾਮਦ ਕੀਤੀ ਗਈ ਹੈ। ਇਸ ਵੇਲੇ ਦੀ ਵੱਡੀ ਖਬਰ, ਪੁਲਿਸ ਨੇ ਦੋ ਹੋਰ ਬਾਈਕ ਬਰਾਮਦ ਕੀਤੇ ਨੇ। ਹੁਣ ਤੱਕ ਮਰਸੀਡੀਜ਼ ਬਰਾਮਦ ਹੋ ਚੁੱਕੀ ਹੈ, ਇਸੂਜ਼ੂ ਗੱਡੀ ਬਰਾਮਦ ਹੋ ਚੁੱਕੀ ਹੈ, ਬ੍ਰੇਜ਼ਾ ਬਰਾਮਦ ਹੋ ਚੁੱਕੀ ਹੈ। ਇਸ ਤੋਂ ਬਾਅਦ ਬਾਈਕ ਜਿਸ ਤੇ ਪਪਲਪ੍ਰੀਤ ਤੇ ਅੰਮ੍ਰਿਤਪਾਲ ਸਵਾਰ ਸੀ ਉਹ ਬਾਈਕ ਬਰਾਮਦ ਹੋ ਗਿਆ ਸੀ ਤੇ ਹੁਣ ਬੁਲਟ ਮੋਟਰਸਾਈਕਲ ਤੇ ਇੱਕ ਹੋਰ ਬਾਈਕ ਬਰਾਮਦ ਕੀਤੀ ਹੈ। ਸਾਦਿਕਪੁਰ ਦੇ ਵਿੱਚ ਬਰਾਮਦਗੀ ਹੋਈ ਹੈ। ਅੰਮ੍ਰਿਤਪਾਲ ਦੇ ਤਿੰਨ ਸਾਥੀਆਂ ਨੇ ਬਾਈਕ ਖੋਹੀ ਸੀ। ਦੋ ਲੋਕਾਂ ਨੂੰ ਪਿਸਟਲ ਦਿਖਾ ਕੇ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਬਾਈਕ ਖੋ ਲਿਆ ਤੇ ਆਪਣਾ ਬੁਲਟ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਬੁਲਟ ਤੇ ਖੋਹੀ ਗਈ ਬਾਈਕ ਬਰਾਮਦ ਕੀਤੀ ਹੈ। ਸਾਦਿਕਪੁਰ ਇਲਾਕੇ ਤੋਂ ਇਹ ਬਾਈਕ ਬਰਾਮਦ ਹੋਈ ਹੈ। ਅੰਮ੍ਰਿਤਪਾਲ ਦੇ ਸਾਥੀਆਂ ਦੇ ਵੱਲੋਂ ਆਪਣਾ ਬੁਲਟ ਛੱਡ ਕੇ ਕਿਸੇ ਤੋਂ ਪਿਸਟਲ ਦਿਖਾ ਕੇ ਉਹਨਾਂ ਨੂੰ ਡਰਾ ਧਮਕਾ ਕੇ ਦੋ ਲੋਕਾਂ ਤੋਂ ਬਾਈਕ ਖੋਹੀ ਗਈ ਸੀ ਤੇ ਉਹ ਬਾਈਕ ਬਰਾਮਦ ਹੋ ਗਈ ਹੈ। ਬੁਲਟ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਪੁਲਿਸ ਨੇ। ਸੁਰਿੰਦਰ ਕੰਬੋਜ ਮੇਰੇ ਸਹਿਯੋਗੀ ਜਲੰਧਰ ਤੋਂ ਜੁੜੇ ਨੇ। ਸੁਰਿੰਦਰ, ਕੀ ਕੁਝ ਪੂਰੀ ਜਾਣਕਾਰੀ ਤੁਹਾਡੇ ਕੋਲ? ਬਿਲਕੁਲ ਅਰਸ਼, ਜਿਹੜੇ ਕਿ ਜਦੋਂ ਅੰਮ੍ਰਿਤਪਾਲ ਆਪਣੇ ਸਾਥੀਆਂ ਨਾਲ ਨੰਗਲ ਅੰਬੀਆਂ ਤੋਂ ਫਰਾਰ ਹੁੰਦਾ ਹੈ, ਦੋ ਬਾਈਕ ਤੇ ਇੱਕ ਪਲਾਟੀਨਾ ਸੀਗਾ, ਇੱਕ ਬੁਲਟ ਮੋਟਰਸਾਈਕਲ ਸੀਗਾ। ਉਹਦੇ ਵਿੱਚ ਪਲਾਟੀਨਾ ਮੋਟਰਸਾਈਕਲ ਜਿਹੜਾ ਸੀ ਪੁਲਿਸ ਨੇ ਕੱਲ ਦਾਰਾਪੁਰ ਤੋਂ ਰਿਕਵਰ ਕੀਤਾ ਸੀਗਾ, ਆਪਣੇ ਕਬਜ਼ੇ ਵਿੱਚ ਲਿਆ ਸੀਗਾ। ਤੇ ਉਹ ਹੁਣ ਜਿਹੜਾ ਦੂਸਰਾ ਮੋਟਰਸਾਈਕਲ ਸੀਗਾ ਜਿੱਥੇ ਦੋ ਲੋਕ ਹੋਰ ਸਵਾਰ ਹੋ ਕੇ ਉੱਥੋਂ ਫਰਾਰ ਹੋਏ ਸੀ ਨੰਗਲ ਅੰਬੀਆਂ ਤੋਂ, ਉਹ ਬੁਲਟ ਮੋਟਰਸਾਈਕਲ ਵੀ ਰਿਕਵਰ ਕਰ ਲਿਆ। ਔਰ ਇਹ ਵੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ ਕਿ ਜਿਹੜੇ ਮੋਟਰਸਾਈਕਲ ਤੇ ਬੁਲਟ ਮੋਟਰਸਾਈਕਲ ਤੇ ਫਰਾਰ ਹੋਏ ਸੀ ਲੋਕ, ਉਹਨਾਂ ਨੇ ਅੱਗੇ ਜਾ ਕੇ ਇੱਕ ਸਪਲੈਂਡਰ ਮੋਟਰਸਾਈਕਲ ਵੀ ਗਨ ਪੁਆਇੰਟ ਤੇ ਖੋਇਆ ਸੀਗਾ। ਉਹ ਮੋਟਰਸਾਈਕਲ ਵੀ ਪੁਲਿਸ ਵੱਲੋਂ ਰਿਕਵਰ ਕਰ ਲਿਆ ਗਿਆ। ਉਹਨਾਂ ਮੋਟਰਸਾਈਕਲਾਂ ਦੇ ਜਿਹੜੇ ਨੰਬਰ ਹੈਗੇ ਜੀ ਇੱਕ ਮਿੰਟ, PB 672895 ਬੁਲਟ ਮੋਟਰਸਾਈਕਲ ਦਾ ਨੰਬਰ ਹੈ। ਜਿਹੜਾ ਸਪਲੈਂਡਰ ਹੈਗਾ ਉਹਦਾ ਨੰਬਰ PB 08BZ7608। ਇਹ ਮੋਟਰਸਾਈਕਲ ਜਿਹੜੇ ਹੈਗੇ ਪੁਲਿਸ ਨੇ ਰਿਕਵਰ ਕੀਤੇ ਨੇ। ਔਰ ਅਨਨੋਨ ਲੋਕਾਂ ਦੇ ਉੱਤੇ ਜਿਹੜਾ ਮਾਮਲਾ ਹੈਗਾ ਉਹ ਵੀ ਦਰਜ ਜਿਹੜਾ ਕਰ ਲਿਆ ਗਿਆ। 19 ਨੰਬਰ FIR ਜਿਹੜੀ ਹੈ ਉਹ ਦਰਜ ਕੀਤੀ ਗਈ ਹੈ। ਜੀ ਸੁਰਿੰਦਰ, ਹੁਣ ਤੱਕ ਕੋਈ ਹੋਰ ਅਪਡੇਟ ਵੀ ਆਈ ਹੈ ਇਸ ਪੂਰੇ ਮਾਮਲੇ ਦੇ ਵਿੱਚ? ਦੋ ਬਾਈਕ ਬਰਾਮਦ ਕੀਤੇ ਗਏ ਨੇ, ਲੇਕਿਨ ਅੰਮ੍ਰਿਤਪਾਲ ਕਿੱਥੇ ਹੈ, ਇਸ ਨੂੰ ਲੈ ਕੇ ਕੋਈ ਹੋਰ ਅਪਡੇਟ? ਬਿਲਕੁਲ ਅਰਸ਼, ਜਿੱਦਾਂ ਕਿ ਹਜੇ ਤੱਕ ਪੁਲਿਸ ਵੱਲੋਂ ਅੰਮ੍ਰਿਤਪਾਲ ਦੀ ਭਾਲ ਜ਼ਰੂਰ ਕੀਤੀ ਜਾ ਰਹੀ ਹੈ, ਪਰ ਅੰਮ੍ਰਿਤਪਾਲ ਦਾ ਹਜੇ ਵੀ ਕੋਈ ਵੀ ਟਿਕਾਣਾ ਜਿਹੜਾ ਹੈਗਾ ਨਹੀਂ ਮਿਲ ਪਾ ਰਿਹਾ। ਨਾ ਹੀ ਅੰਮ੍ਰਿਤਪਾਲ ਦੇ ਜਿਹੜੇ ਸਾਥੀ ਉਹਦੇ ਨਾਲ ਫਰਾਰ ਹੋਏ ਸੀਗੇ ਉਹਨਾਂ ਦਾ ਪਤਾ ਲੱਗਿਆ, ਨਾ ਹੀ ਜਿਹੜਾ ਪਵਲਪ੍ਰੀਤ ਅੰਮ੍ਰਿਤਪਾਲ ਦੇ ਨਾਲ ਸੀਗਾ ਉਹਦਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀਗਾ ਉਹਦੇ ਬਾਰੇ ਹਜੇ ਪਤਾ ਲੱਗਾ। ਕਿਉਂਕਿ ਲਾਸਟ ਜਿਹੜੀ ਫੋਟੋ ਸਾਨੂੰ CCTV ਨਜ਼ਰ ਆਈ ਹੈ, ਲਾਸਟ ਵਾਲੀ ਜਿਹੜੀ ਹੈਗੀ ਉਹਦੇ ਵਿੱਚ ਇੱਕ ਮੋਨਾ ਵਿਅਕਤੀ ਜਿਹੜਾ ਹੈਗਾ ਆ ਉਹਦੇ ਮਗਰ ਅੰਮ੍ਰਿਤਪਾਲ ਪਿੰਕ ਜਿਹੜੀ ਦਸਤਾਰ ਹੈਗੀ, ਗੁਲਾਬੀ ਰੰਗ ਦੀ ਦਸਤਾਰ ਤੇ ਕਾਲਾ ਚਸ਼ਮਾ ਜਿਹੜਾ ਲਗਾ ਕੇ ਲਾਸਟ ਜਿਹੜੀ CCTV ਫੁਟੇਜ ਉਹ ਨਜ਼ਰ ਆਈ ਹੈ। ਹਜੇ ਤੱਕ ਪੁਲਿਸ ਦੇ ਹੱਥੋਂ ਅੰਮ੍ਰਿਤਪਾਲ ਕਿਤੇ ਨਾ ਕਿਤੇ ਦੂਰ ਨਜ਼ਰ ਆ ਰਿਹਾ। ਅੱਛਾ ਸੁਰਿੰਦਰ, ਅਸੀਂ ਜਿਹੜੇ ਦੋ ਬਾਈਕਸ ਦੀ ਗੱਲ ਕਰ ਰਹੇ ਹਾਂ ਕਿ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਖੋਹੀ ਹੋਈ ਬਾਈਕ ਬਰਾਮਦ ਕੀਤੀ ਗਈ ਹੈ, ਅੰਮ੍ਰਿਤਪਾਲ ਦੇ ਕੋਈ ਹੋਰ ਸਾਥੀਆਂ ਦੇ ਵੱਲੋਂ ਇਹ ਬਾਈਕ ਇਸਤੇਮਾਲ ਕੀਤੀ ਜਾ ਰਹੀ ਸੀ? ਬਿਲਕੁਲ, ਜਿਹੜੇ ਜਦੋਂ ਨੰਗਲ ਅੰਬੀਆਂ ਤੋਂ ਅੰਮ੍ਰਿਤਪਾਲ ਪਵਲਪ੍ਰੀਤ ਜਿਹੜਾ ਸੀ ਇਹ ਸਪਲੈਂਡਰ ਮਾਫ ਕਰਨਾ ਪਲੈਟੀਨਾ ਮੋਟਰਸਾਈਕਲ ਦੇ ਉੱਤੇ ਭੱਜੇ ਸੀਗੇ ਔਰ ਦੂਸਰੇ ਜਿਹੜੇ ਦੋ ਸਾਥੀ ਹੋਰ ਇਹਦੇ ਨਾਲ ਭੱਜੇ ਸੀ ਉਹ ਬੁਲਟ ਮੋਟਰਸਾਈਕਲ ਸੀ। ਇਹ ਉਹੀ ਬੁਲਟ ਮੋਟਰਸਾਈਕਲ ਹੈ ਜਿਹਦੇ ਤੇ ਦੂਸਰੇ ਦੋ ਸਾਥੀ ਜਿਹੜੇ ਸੀ ਉੱਥੋਂ ਨੰਗਲ ਅੰਬੀਆਂ ਤੋਂ ਫਰਾਰ ਹੋਏ ਸਨ। ਜੀ ਯਾਨੀ ਕਿ ਇਹ ਜਿਹੜੀ ਤਸਵੀਰ ਅਸੀਂ CCTV ਤਸਵੀਰ ਦਿਖਾ ਰਹੇ ਹਾਂ, ਪਪਲਪ੍ਰੀਤ ਜਦੋਂ ਲੈ ਕੇ ਫਰਾਰ ਹੁੰਦਾ ਹੈ, ਕੀ ਇਹਨਾਂ ਦੇ ਵਿੱਚੋਂ ਕੋਈ ਬਾਈਕ ਉੱਥੇ ਮੌਜੂਦ ਹੈ? ਦੇਖੋ, ਇੱਕ ਪਲੈਟੀਨਾ ਮੋਟਰਸਾਈਕਲ ਸੀਗਾ ਜਿਹੜਾ ਕੱਲ ਰਿਕਵਰ ਕੀਤਾ ਪੁਲਿਸ ਨੇ ਦਾਰਾਪੁਰ ਤੋਂ, ਜਿਹਦੇ ਉੱਤੇ ਅੰਮ੍ਰਿਤਪਾਲ ਤੇ ਪਵਲਪ੍ਰੀਤ ਜਿਹੜੇ ਸੀ ਦੋਨੇ ਜਣੇ ਫਰਾਰ ਹੁੰਦੇ ਨੰਗਲ ਅੰਬੀਆਂ ਤੋਂ। ਦੂਸਰੇ ਦੋ ਸਾਥੀ ਜਿਹੜੇ ਸੀਗੇ ਉਹ ਬੁਲਟ ਮੋਟਰਸਾਈਕਲ ਤੇ ਫਰਾਰ ਹੋਏ ਨੇ। ਹਾਲਾਂਕਿ ਪੁਲਿਸ ਨੇ ਬੁਲਟ ਮੋਟਰਸਾਈਕਲ ਜਿਹੜਾ ਹੈਗਾ ਉਹ ਰਿਕਵਰ ਕਰ ਲਿਆ, ਪਰ ਜਿਹੜੇ ਦੋ ਸਾਥੀ ਅੰਮ੍ਰਿਤਪਾਲ ਦੇ ਇਸ ਬੁਲਟ ਮੋਟਰਸਾਈਕਲ ਤੇ ਫਰਾਰ ਹੋਏ ਸਨ ਉਹਨਾਂ ਦਾ ਵੀ ਹਜੇ ਤੱਕ ਕੋਈ ਵੀ ਜਿਹੜੇ ਨਿਸ਼ਾਨਦੇਹੀ ਹੈਗੀ ਉਹ ਨਹੀਂ ਲੱਗ ਪਾਈ ਹੈਗੀ। ਜੀ ਸ਼ੁਕਰੀਆ ਫਿਲਹਾਲ ਸੁਰਿੰਦਰ ਪੂਰੀ ਜਾਣਕਾਰੀ ਦੇ ਲਈ। ਖੱਬੇ ਪਾਸੇ ਅਸੀਂ CCTV ਤਸਵੀਰ ਦਿਖਾ ਰਹੇ ਹਾਂ ਨੰਗਲ ਅੰਬੀਆਂ ਗੁਰੂ ਘਰ ਦੇ ਬਾਹਰ, ਜਿੱਥੋਂ
ਬਰੀਜ਼ਾ ਗੱਡੀ ਛੱਡ ਕੇ ਅੰਮ੍ਰਿਤਪਾਲ ਪਲੈਟੀਨਾ ਮੋਟਰਸਾਈਕਲ ਦੇ ਉੱਤੇ ਪਰਪਲਪ੍ਰੀਤ ਦੇ ਪਿੱਛੇ ਬੈਠ ਕੇ ਫਰਾਰ ਹੁੰਦਾ ਹੈ ਤੇ ਖੱਬੇ ਪਾਸੇ ਇੱਕ ਬੁਲਟ ਮੋਟਰਸਾਈਕਲ ਨਜ਼ਰ ਆ ਰਿਹਾ ਜਿਸ ਦੇ ਉੱਤੇ 2 ਲੋਕ ਸਵਾਰ ਸੀ। ਨੰਗਲ ਅੰਬੀਆਂ ਗੁਰੂ ਘਰ ਦੇ ਬਾਹਰ ਹੀ ਇੱਕ ਬੁਲਟ ਮੋਟਰਸਾਈਕਲ ਸੀਸੀਟੀਵੀ ਤਸਵੀਰਾਂ 'ਚ ਨਜ਼ਰ ਆ ਰਿਹਾ ਜਿਸ ਵੇਲੇ ਅੰਮ੍ਰਿਤਪਾਲ ਭੇਸ ਬਦਲ ਕੇ ਉੱਥੋਂ ਫਰਾਰ ਹੁੰਦਾ ਹੈ। ਉਹ ਬੁਲਟ ਮੋਟਰਸਾਈਕਲ ਪੁਲਿਸ ਨੇ ਬਰਾਮਦ ਕੀਤਾ ਹੈ। ਇਹ 3 ਲੋਕ ਇਸ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਜਦੋਂ ਜਾ ਰਹੇ ਸੀ ਤਾਂ ਇਹਨਾਂ ਨੇ ਰਸਤੇ ਦੇ ਵਿੱਚ ਆਪਣਾ ਬੁਲਟ ਮੋਟਰਸਾਈਕਲ ਛੱਡ ਦਿੱਤਾ ਤੇ 2 ਲੋਕਾਂ ਤੋਂ ਉਹਨਾਂ ਦਾ ਜਿਹੜਾ ਮੋਟਰਸਾਈਕਲ ਹੈ ਉਹ ਪਿਸਤੌਲ ਦੇ ਦਮ ਤੇ ਖੋ ਕੇ ਉੱਥੋਂ ਫਰਾਰ ਹੁੰਦੇ ਨੇ। ਦੋਨੋਂ ਮੋਟਰਸਾਈਕਲ ਬਰਾਮਦ ਹੋ ਗਏ ਨੇ। ਇਹ ਖੱਬੇ ਪਾਸੇ ਜੋ ਬੁਲਟ ਮੋਟਰਸਾਈਕਲ ਨਜ਼ਰ ਆ ਰਿਹਾ ਹੈ ਇਹਨਾਂ ਤਸਵੀਰਾਂ ਦੇ ਵਿੱਚ ਉਹ ਬੁਲਟ ਮੋਟਰਸਾਈਕਲ ਬਰਾਮਦ ਹੋ ਗਿਆ ਹੈ ਤੇ ਜਿਹੜੀ ਬਾਈਕ ਇਹਨਾਂ ਦੇ ਵੱਲੋਂ ਖੋਹੀ ਗਈ ਉਹ ਬਾਈਕ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਸਾਦਕਪੁਰ ਇਲਾਕੇ ਤੋਂ ਇਹ ਬਰਾਮਦਗੀਆਂ ਹੋਈਆਂ ਨੇ। ਹਾਲਾਂਕਿ ਬੁਲਟ ਮੋਟਰਸਾਈਕਲ ਤੇ ਸਵਾਰ ਜੋ ਸ਼ਖਸ ਸੀ, ਜੋ 3 ਲੋਕ ਇਸ ਦੇ ਉੱਤੇ ਸਵਾਰ ਸੀ, ਉਹਨਾਂ ਦਾ ਅਜੇ ਨਹੀਂ ਪਤਾ ਕਿ ਉਹ ਕਿੱਥੇ ਗਏ ਨੇ। ਲੇਕਿਨ ਇਹ ਬੁਲਟ ਮੋਟਰਸਾਈਕਲ ਜੋ ਇਹਨਾਂ ਤਸਵੀਰਾਂ 'ਚ ਖੱਬੇ ਪਾਸੇ ਨਜ਼ਰ ਆ ਰਿਹਾ ਨੰਗਲ ਅੰਬੀਆਂ ਦੇ ਵਿੱਚ ਅੰਮ੍ਰਿਤਪਾਲ ਨੂੰ ਭਜਾਉਣ ਦੇ ਵਿੱਚ ਉਸਦੇ ਮਦਦਗਾਰ ਸਾਥੀ ਇਸ ਬੁਲਟ ਮੋਟਰਸਾਈਕਲ ਤੇ ਸਵਾਰ ਸੀ। ਰਸਤੇ ਦੇ ਵਿੱਚ ਇਹਨਾਂ ਨੇ ਬੁਲਟ ਮੋਟਰਸਾਈਕਲ ਛੱਡ ਦਿੱਤਾ ਤੇ ਪਿਸਤੌਲ ਦੇ ਦਮ ਤੇ 2 ਲੋਕਾਂ ਤੋਂ ਇੱਕ ਹੋਰ ਬਾਈਕ ਖੋ ਕੇ ਉਸਦੇ ਉੱਤੇ ਫਰਾਰ ਹੋਏ। ਦੋਵੇਂ ਬਾਈਕਸ ਜਿਹੜੀਆਂ ਨੇ ਉਹ ਬਰਾਮਦ ਕਰ ਲਈਆਂ ਗਈਆਂ ਨੇ। ਤਾਂ ਬੁਲਟ ਤੇ ਖੋਹੀ ਗਈ ਬਾਈਕ ਬਰਾਮਦ ਕੀਤੀ ਹੈ ਪੁਲਿਸ ਨੇ। ਇੱਕ ਬੁਲਟ ਮੋਟਰਸਾਈਕਲ ਜੋ ਨੰਗਲ ਅੰਬੀਆਂ ਦੇ ਵਿੱਚ ਨਜ਼ਰ ਆ ਰਿਹਾ ਹੈ, ਜੋ ਮਦਦ ਕਰਨ ਦੇ ਲਈ ਅੰਮ੍ਰਿਤਪਾਲ ਦੇ ਸਾਥੀ ਉੱਥੇ ਪਹੁੰਚੇ ਸੀ, ਉਹਨਾਂ ਦਾ ਬੁਲਟ ਮੋਟਰਸਾਈਕਲ ਬਰਾਮਦ ਹੋਇਆ ਤੇ ਜਿਹੜੀ ਬਾਈਕ ਉਹਨਾਂ ਦੇ ਵੱਲੋਂ ਖੋਹੀ ਗਈ ਉਸ ਨੂੰ ਵੀ ਬਰਾਮਦ ਕੀਤਾ ਹੈ। ਤਾਂ ਇਹ ਦੋਵੇਂ ਬਾਈਕਸ ਬਰਾਮਦ ਹੋ ਗਈਆਂ ਨੇ ਤਾਂ ਕੜੀਆਂ ਜਿਹੜੀਆਂ ਨੇ ਉਹ ਜੁੜਦੀਆਂ ਜਾ ਰਹੀਆਂ ਨੇ। ਲੇਕਿਨ ਸਵਾਲ ਉੱਥੇ ਹੀ ਹੈ ਅੰਮ੍ਰਿਤਪਾਲ ਆਖਰ ਗਿਆ ਕਿੱਥੇ। ਉਸ ਦੀ ਮਦਦ ਕਰਨ ਵਾਲੇ ਸਾਥੀਆਂ ਦਾ ਬੁਲਟ ਮੋਟਰਸਾਈਕਲ ਬਰਾਮਦ ਹੋਇਆ। ਇੱਕ ਹੋਰ ਬਾਈਕ ਜਿਹੜੀ ਉਹਨਾਂ ਦੇ ਵੱਲੋਂ ਖੋਹੀ ਗਈ ਉਹ ਵੀ ਬਰਾਮਦ ਹੋ ਗਈ ਹੈ। ਲੇਕਿਨ ਉਹ 3 ਸਾਥੀਆਂ ਦਾ ਵੀ ਕੁਝ ਪਤਾ ਨਹੀਂ ਤੇ ਅੰਮ੍ਰਿਤਪਾਲ ਦਾ ਵੀ ਕੁਝ ਵੀ ਪਤਾ ਨਹੀਂ ਹੈ। ਤਾਂ ਇਸ ਮਾਮਲੇ ਦੇ ਵਿੱਚ FIR ਵੀ ਦਰਜ ਹੋ ਚੁੱਕੀ ਹੈ। ਜੋ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਟੀਵੀ ਸਕਰੀਨ ਦੇ ਉੱਤੇ, ਜਿਨ੍ਹਾਂ ਤੋਂ ਬਾਈਕ ਖੋਹੀ ਗਈ ਉਹਨਾਂ ਦੇ ਬਿਆਨਾਂ ਤੇ ਇਹ ਪਰਚਾ ਵੀ ਦਰਜ ਹੋਇਆ ਹੈ। ਜਿੱਥੇ ਜਿਨ੍ਹਾਂ ਤੋਂ ਬਾਈਕ ਖੋਹੀ ਗਈ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਪਣੇ ਦੋਸਤ ਦੇ ਨਾਲ ਆਪਣੇ ਨਕੋਦਰ ਦੇ ਨੇੜੇ ਪਿੰਡ ਤਲਵੰਡ ਸੰਗੇੜਾ ਨੂੰ ਜਾ ਰਹੇ ਸੀ। ਜਦੋਂ ਸਾਦਕਪੁਰ ਭੱਠੇ ਤੋਂ ਥੋੜਾ ਅੱਗੇ ਗਏ ਤਾਂ ਸਾਹਮਣੇ ਤੋਂ ਬੁਲਟ ਮੋਟਰਸਾਈਕਲ ਤੇ ਸਵਾਰ 3 ਨੌਜਵਾਨ ਜਿਨ੍ਹਾਂ ਨੇ ਤੇਜ਼ ਰਫ਼ਤਾਰੀ ਨਾਲ ਲਿਆ ਕੇ ਸਾਡੇ ਮੋਟਰਸਾਈਕਲ ਦੇ ਵਿੱਚ ਆਪਣਾ ਬੁਲਟ ਮੋਟਰਸਾਈਕਲ ਮਾਰ ਕੇ ਸਾਨੂੰ ਰੋਕ ਕੇ ਸਾਡੇ ਕੋਲੋਂ ਧੱਕੇ ਨਾਲ ਸਾਡਾ ਮੋਟਰਸਾਈਕਲ ਖੋਹਣ ਲੱਗ ਪਏ। ਤਾਂ ਮੈਂ ਆਪਣਾ ਮੋਟਰਸਾਈਕਲ ਦੇਣ ਤੋਂ ਇਨਕਾਰ ਕੀਤਾ ਤਾਂ ਉਹਨਾਂ ਚੋਂ ਜੋ ਨੌਜਵਾਨ ਮੋਟਰਸਾਈਕਲ ਚਲਾ ਰਿਹਾ ਸੀ, ਜਿਸਨੇ ਦਾੜੀ ਰੱਖੀ ਹੋਈ ਸੀ ਪਰ ਜ਼ਿਆਦਾ ਲੰਬੀ ਨਹੀਂ ਸੀ, ਉਸਨੇ ਪਿਸਟਲ ਕੱਢ ਕੇ ਮੇਰੀ ਧੌਣ ਤੇ ਰੱਖ ਦਿੱਤਾ। ਤਾਂ ਮੈਂ ਡਰਦੇ ਮਾਰੇ ਨੇ ਆਪਣਾ ਮੋਟਰਸਾਈਕਲ ਉਸ ਨੂੰ ਦੇ ਦਿੱਤਾ। ਉਸ ਦੇ ਨਾਲ 2 ਹੋਰ ਨੌਜਵਾਨ ਜਿਨ੍ਹਾਂ ਦੀਆਂ ਦਾੜੀਆਂ ਲੰਬੀਆਂ ਸੀ, ਸਿਰ ਤੇ ਪੱਗਾਂ ਬੰਨੀਆਂ ਹੋਈਆਂ ਸੀ, ਉਹ ਤਿੰਨੇ ਜਣੇ ਮੇਰੇ ਤੋਂ ਮੋਟਰਸਾਈਕਲ ਖੋ ਕੇ ਉਸ ਤੇ ਸਵਾਰ ਹੋ ਕੇ ਮਲਸੀਆਂ ਵੱਲ ਨੂੰ ਚਲੇ ਗਏ ਤੇ ਆਪਣਾ ਬੁਲਟ ਮੋਟਰਸਾਈਕਲ ਜਿਸ ਵਿੱਚ ਚਾਬੀ ਲੱਗੀ ਹੋਈ ਸੀ ਉੱਥੇ ਹੀ ਛੱਡ ਗਏ, ਜਿਸ ਦੇ ਅਸੀਂ ਦੋਵੇਂ ਸਵਾਰ ਹੋ ਕੇ ਆਪਣੇ ਘਰ ਮਲਸੀਆਂ ਚਲੇ ਗਏ। ਇਹਨਾਂ 3 ਨੌਜਵਾਨਾਂ ਨੂੰ ਸਾਹਮਣੇ ਆਉਣ ਤੇ ਅਸੀਂ ਪਹਿਚਾਣ ਸਕਦੇ ਹਾਂ। ਅੱਜ ਅਸੀਂ ਬਰਾਏ ਇਤਲਾ ਚੌਕੀ ਤਲਵੰਡੀ ਸੰਗੇੜਾ ਜਾ ਰਹੇ ਸੀ ਕਿ ਆਪ ਜੀ ਮਿਲ ਗਏ ਹੋ, ਆਪਸ ਬਿਆਨ ਲਿਖਵਾ ਦਿੱਤਾ ਹੈ। ਤਾਂ ਇਹ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਜਿਨ੍ਹਾਂ ਦਾ ਬਾਈਕ ਖੋਇਆ ਗਿਆ ਸੀ। FIR ਦਰਜ ਹੋਈ ਹੈ ਉਹਨਾਂ ਦੇ ਬਿਆਨਾਂ ਦੇ ਉੱਤੇ। ਇੱਕ ਸ਼ਖਸ ਦੇ ਵੱਲੋਂ FIR ਕਰਾਈ ਗਈ ਹੈ ਜਿਸ ਦਾ ਮੋਟਰਸਾਈਕਲ ਖੋਇਆ ਗਿਆ ਸੀ। ਉਹ ਖੋਇਆ ਮੋਟਰਸਾਈਕਲ ਵੀ ਬਰਾਮਦ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਜੋ ਬੁਲਟ ਮੋਟਰਸਾਈਕਲ ਹੈ ਉਹ ਵੀ ਬਰਾਮਦ ਹੋ ਗਿਆ ਹੈ, ਕਿਉਂਕਿ ਰਸਤੇ ਦੇ ਵਿੱਚ ਉਹਨਾਂ ਤੋਂ ਬਾਈਕ ਖੋਹੀ ਗਈ ਹੈ। ਤਸਵੀਰਾਂ ਵੀ ਅਸੀਂ ਕੁਝ ਹੀ ਪਲਾਂ ਦੇ ਵਿੱਚ ਦਿਖਾਵਾਂਗੇ। ਦੋਵੇਂ ਬਾਈਕ ਬਰਾਮਦ ਹੋ ਗਏ ਨੇ। ਬੁਲਟ ਮੋਟਰਸਾਈਕਲ ਵਾਲਿਆਂ ਨੇ ਆਪਣਾ ਬਾਈਕ ਉੱਥੇ ਹੀ ਛੱਡ ਦਿੱਤਾ ਤੇ ਉਹਨਾਂ ਤੋਂ
ਦੋ ਲੋਕਾਂ ਤੋਂ ਉਹਨਾਂ ਦਾ ਬਾਈਕ ਖੋ ਕੇ ਫਰਾਰ ਹੋ ਗਏ। ਪਿਸਤੌਲ ਦੇ ਦਮ ਤੇ ਉਹਨਾਂ ਨੇ ਬਾਈਕ ਖੋਇਆ। ਤਸਵੀਰਾਂ ਸੀਸੀਟੀਵੀ ਮਾਰਕ ਕਰਨਾ, ਤਸਵੀਰਾਂ ਦਿਖਾ ਰਹੇ ਹਾਂ ਜੋ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ। ਇੱਕ ਬੁਲਟ ਮੋਟਰਸਾਈਕਲ ਹੈ, 2895 ਨੰਬਰ ਹੈ, PB 672895 ਇਸ ਦਾ ਨੰਬਰ ਹੈ। ਬੁਲਟ ਮੋਟਰਸਾਈਕਲ ਜੋ ਨੰਗਲ ਅੰਬੀਆਂ ਦੇ ਵਿੱਚ ਸੀਸੀਟੀਵੀ ਤਸਵੀਰਾਂ 'ਚ ਨਜ਼ਰ ਆ ਰਿਹਾ। ਅੰਮ੍ਰਿਤਪਾਲ ਦੇ ਮਦਦਗਾਰ ਸਾਥੀ ਇਸ ਬੁਲਟ ਮੋਟਰਸਾਈਕਲ ਤੇ ਸਵਾਰ ਸੀ। ਅੱਗੇ ਜਾਂਦੇ ਨੇ ਤਾਂ ਦੋ ਲੋਕਾਂ ਤੋਂ ਉਹਨਾਂ ਦਾ ਮੋਟਰਸਾਈਕਲ ਪਿਸਤੌਲ ਦੇ ਦਮ ਤੇ ਖੋਹ ਲੈਂਦੇ ਨੇ। ਆਪਣਾ ਬੁਲਟ ਮੋਟਰਸਾਈਕਲ ਉੱਥੇ ਹੀ ਛੱਡ ਦਿੰਦੇ ਨੇ, ਜਿਸ ਤੇ ਸਵਾਰ ਹੋ ਕੇ ਜਿਹੜੇ ਸ਼ਖਸ ਜਿਨ੍ਹਾਂ ਦੇ ਵੱਲੋਂ FIR ਦਰਜ ਕਰਾਈ ਗਈ ਹੈ ਉਹ ਆਪਣੇ ਘਰ ਵਾਪਸ ਪਰਤਦੇ ਨੇ। ਤਾਂ FIR ਵੀ ਦਰਜ ਹੋਈ ਹੈ ਤੇ ਤਲਾਸ਼ ਇਹਨਾਂ ਲੋਕਾਂ ਦੀ ਕੀਤੀ ਜਾ ਰਹੀ ਹੈ। ਸੁਰਿੰਦਰ, ਅਸੀਂ ਤਸਵੀਰਾਂ ਦਿਖਾ ਰਹੇ ਹਾਂ। ਸੁਰਿੰਦਰ ਕੰਬੋਜ ਮੇਰੇ ਸਹਿਯੋਗੀ ਜੁੜੇ ਹੋਏ ਨੇ। ਸੁਰਿੰਦਰ, ਤਸਵੀਰਾਂ ਦਿਖਾ ਰਹੇ ਹਾਂ। FIR ਦੀ ਕਾਪੀ ਵੀ ਅਸੀਂ ਸਕਰੀਨ ਤੇ ਕੁਝ ਸਮਾਂ ਪਹਿਲਾਂ ਦਿਖਾ ਰਹੇ ਸੀ, ਜਿਸ ਦੇ ਵਿੱਚ ਦਰਜ ਕੀਤਾ ਗਿਆ ਹੈ ਕਿ ਪਿਸਤੌਲ ਦੀ ਨੋਕ ਤੇ ਪਹਿਲਾਂ ਟੱਕਰ ਮਾਰੀ ਗਈ ਹੈ ਬਾਈਕ 'ਚ, ਫਿਰ ਪਿਸਤੌਲ ਦੀ ਨੋਕ ਤੇ ਪਿਸਤੌਲ ਦਿਖਾ ਕੇ ਉਹਨਾਂ ਤੋਂ ਬਾਈਕ ਖੋਇਆ ਗਿਆ। ਫਿਰ ਉਹ ਉਸ ਬੁਲਟ ਮੋਟਰਸਾਈਕਲ ਤੇ ਆਪਣੇ ਘਰ ਪਰਤ ਆਏ, ਜੋ ਉਹ ਤਿੰਨ ਲੋਕ ਉੱਥੇ ਹੀ ਛੱਡ ਕੇ ਫਰਾਰ ਹੋ ਗਏ ਸੀ। ਤਾਂ ਸਵਾਲ ਹੁਣ ਇੱਥੇ ਇਹ ਹੈ ਕਿ ਇਹ ਦੋਵੇਂ ਇੱਕ ਤਾਂ ਮੋਟਰਸਾਈਕਲ ਹੈ ਜਿਹੜਾ ਇੱਕ ਬੁਲਟ ਮੋਟਰਸਾਈਕਲ ਹੈ ਜਿਨ੍ਹਾਂ ਦੇ ਵੱਲੋਂ FIR ਲਿਖਾਈ ਗਈ ਹੈ, ਉਹਨਾਂ ਦੇ ਕੋਲ ਸੀ, ਯਾਨੀ ਕਿ ਉਹ ਉਸ ਤੇ ਵਾਪਸ ਪਹੁੰਚੇ ਨੇ। ਦੂਸਰਾ ਮੋਟਰਸਾਈਕਲ ਬਰਾਮਦ ਹੋਇਆ ਹੈ, ਦੋਵੇਂ ਬਰਾਮਦ ਹੋ ਚੁੱਕੇ ਨੇ। ਕੀ ਕੁਝ ਹੋਰ ਜਾਣਕਾਰੀ ਹੈ ਇਸ ਮਾਮਲੇ ਤੇ? ਇਹਨਾਂ ਨੂੰ ਲੈ ਕੇ ਕੋਈ CCTV ਸਾਹਮਣੇ ਆਈ ਹੈ ਕਿ ਕਿੱਥੇ ਤੱਕ ਇਸ ਬਾਈਕ ਤੇ ਗਏ ਸੀ? ਜੀ ਅਰਸ਼, ਬਿਲਕੁਲ ਜਿੱਦਾਂ ਕਿ ਬੀਤੇ ਦਿਨ ਇੱਕ ਬਰੇਜ਼ਾ ਗੱਡੀ ਜਿਹੜੀ ਸੀਗੀ ਉਹ ਸ਼ਾਹਕੋਟ ਵਿੱਚ ਅਸੀਂ ਦੇਖੀ ਹੈਗੀ ਆ। ਲੋਕ ਆਪਣੇ ਦਰਸ਼ਕਾਂ ਨੂੰ ਵੀ ਉਹਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਹ ਉਹੀ ਬਰੇਜ਼ਾ ਗੱਡੀ ਸੀਗੀ ਜਿਹਦੇ ਵਿੱਚ ਅੰਮ੍ਰਿਤਪਾਲ ਦੇਖਿਆ ਜਾਂਦਾ ਸੀਗਾ, ਔਰ ਲਗਾਤਾਰ CCTV ਫੁਟੇਜ ਦੇ ਵਿੱਚ ਜਿਹੜਾ ਪਲੈਟੀਨਾ ਮੋਟਰਸਾਈਕਲ ਸੀਗਾ ਉਹ ਵੀ ਅਸੀਂ ਕੱਲ ਦਰਸ਼ਕਾਂ ਨੇ ਤਸਵੀਰਾਂ ਰੂਬਰੂ ਕੀਤੀਆਂ ਹੈਗੀਆਂ। ਅੱਜ ਜਿਹੜਾ ਬੁਲਟ ਮੋਟਰਸਾਈਕਲ ਸੀਗਾ, ਬੁਲਟ ਮੋਟਰਸਾਈਕਲ ਇਹ ਉਹੀ ਬੁਲਟ ਮੋਟਰਸਾਈਕਲ ਹੈਗਾ ਜਦੋਂ ਨੰਗਲ ਅੰਬੀਆਂ ਤੋਂ ਅੰਮ੍ਰਿਤਪਾਲ ਤੇ ਪਵਲਪ੍ਰੀਤ ਪਲੈਟੀਨਾ ਮੋਟਰਸਾਈਕਲ ਤੇ ਜਾਂਦੇ ਨੇ, ਔਰ ਦੋ ਸਾਥੀ ਜਿਹੜੇ ਦੂਸਰੇ ਸੀਗੇ ਉਹ ਇਸੇ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਉੱਥੋਂ ਫਰਾਰ ਹੁੰਦੇ ਨੇ ਨੰਗਲ ਅੰਬੀਆਂ ਪਿੰਡ ਤੋਂ। ਅੱਗੇ ਜਾ ਕੇ ਜਦੋਂ ਇਸ ਮੋਟਰਸਾਈਕਲ ਦਾ ਤੇਲ ਮੁੱਕਣ ਵਾਲਾ ਹੁੰਦਾ ਜਾਂ ਕੋਈ ਹੋਰ ਕੋਈ ਪ੍ਰੋਬਲਮ ਹੁੰਦੀ ਹੈ ਤੇ ਇਸ ਮੋਟਰਸਾਈਕਲ ਨਾਲ ਸਪਲੈਂਡਰ ਮੋਟਰਸਾਈਕਲ ਨੂੰ ਟੱਕਰ ਮਾਰਦੇ ਨੇ। ਟੱਕਰ ਮਾਰਨ ਤੋਂ ਬਾਅਦ ਜਿਹੜਾ ਬੁਲਟ ਮੋਟਰਸਾਈਕਲ ਹੈਗਾ ਇਹ ਉੱਥੇ ਹੀ ਛੱਡ ਕੇ ਸਪਲੈਂਡਰ ਮੋਟਰਸਾਈਕਲ ਲੈ ਕੇ ਉੱਥੋਂ ਫਰਾਰ ਹੋ ਜਾਂਦੇ। ਤੇ ਇਹ ਮੋਟਰਸਾਈਕਲ ਜਿਹੜਾ ਹੈ ਪੁਲਿਸ ਨੇ ਦੋਨੇ ਮੋਟਰਸਾਈਕਲ, ਜਿਹੜਾ ਬੁਲਟ ਮੋਟਰਸਾਈਕਲ ਸੀਗਾ ਨੰਗਲ ਅੰਬੀਆਂ ਤੋਂ ਜਾਂਦਾ ਉਹ ਵੀ ਰਿਕਵਰ ਕਰ ਲਿਆ, ਔਰ ਜਿਹੜਾ ਮੋਟਰਸਾਈਕਲ ਗਨ ਪੁਆਇੰਟ ਤੇ ਅੰਮ੍ਰਿਤਪਾਲ ਦੇ ਸਾਥੀਆਂ ਵੱਲੋਂ ਖੋਇਆ ਜਾਂਦਾ ਉਹ ਵੀ ਪੁਲਿਸ ਵੱਲੋਂ ਹੁਣ ਰਿਕਵਰ ਕਰ ਲਿਆ ਗਿਆ। ਜੇ CCTV ਫੁਟੇਜ ਦੀ ਗੱਲ ਕਰੀਏ, ਹਜੇ ਤੱਕ CCTV ਫੁਟੇਜ ਉਸ ਇਲਾਕੇ ਦੀ ਜਾਂ ਉਸ ਬੁਲਟ ਮੋਟਰਸਾਈਕਲ ਦੇ ਸਵਾਰ ਦੋ ਸ਼ਖਸ ਸੀਗੇ ਉਹਨਾਂ ਦੀ CCTV ਫੁਟੇਜ ਨਹੀਂ ਆਈ, ਔਰ ਜਿਹੜੇ ਇਹ ਬੁਲਟ ਮੋਟਰਸਾਈਕਲ ਜਿਨ੍ਹਾਂ ਨੂੰ ਟੱਕਰ ਮਾਰੀ ਸੀ ਉਹੀ ਜੋ ਨੌਜਵਾਨ ਸੀਗੇ ਜਿਹੜੇ ਮੋਟਰਸਾਈਕਲ FIR ਦਾ, ਔਰ ਇਹੀ ਮੋਟਰਸਾਈਕਲ ਉਹ ਜਿਹੜੇ ਇਹ ਥਾਣੇ ਲੈ ਕੇ ਆਉਂਦੇ ਨੇ। ਜੀ ਜੀ ਇਹ ਜਿਹੜੀ ਬਰਾਮਦਗੀ ਹੋਈ ਹੈ ਸੁਰਿੰਦਰ, ਇਸ ਤੋਂ ਬਾਅਦ ਕੀ ਪਛਾਣ ਕੀਤੀ ਜਾਏਗੀ ਕਿ ਕੌਣ ਲੋਕ ਸੀ? ਕਿਉਂਕਿ FIR ਦੇ ਵਿੱਚ ਇਹਨਾਂ ਲੋਕਾਂ ਦੇ ਵੱਲੋਂ ਇਹ ਵੀ ਦਰਜ ਕਰਾਇਆ ਗਿਆ ਹੈ ਕਿ ਜੇ ਸਾਹਮਣੇ ਆਉਣ ਤਾਂ ਅਸੀਂ ਪਛਾਣ ਕਰ ਸਕਦੇ ਹਾਂ। ਤਾਂ ਕੀ ਕਿਸ ਤਰੀਕੇ ਦੀ ਕਾਰਵਾਈ ਅੱਗੇ ਪੁਲਿਸ ਕਰੇਗੀ? ਬਿਲਕੁਲ ਸਪਸ਼ਟ ਕੀਤਾ ਗਿਆ ਹੈਗਾ ਵੀ FIR ਦੇ ਵਿੱਚ ਵੀ ਜਿਹੜੇ ਲੋਕਾਂ ਨੇ ਜਿਹੜੇ ਦੋ ਅੰਮ੍ਰਿਤਪਾਲ ਦੇ ਸਾਥੀਆਂ ਨੇ ਮੋਟਰਸਾਈਕਲ ਦੇ ਨਾਲ ਟੱਕਰ ਮਾਰੀ ਆ ਜਾਂ ਉਹਨਾਂ ਕੋਲੋਂ ਗਨ ਪੁਆਇੰਟ ਤੇ ਮੋਟਰਸਾਈਕਲ ਖੋਇਆ ਹੈਗਾ, ਉਹਨਾਂ ਦੀ ਉਹ ਪਛਾਣ ਕਰ ਲੈਣੀ ਕਿ ਜੇ ਉਹਨਾਂ ਦੇ ਸਾਹਮਣੇ ਹੁੰਦੇ ਆ। ਹਾਲਾਂਕਿ ਜਿਸ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੋਂ ਮੋਟਰਸਾਈਕਲ ਖੋਇਆ ਗਿਆ ਗਨ ਪੁਆਇੰਟ ਤੇ, ਉਸ ਇਲਾਕੇ ਦੇ ਵਿੱਚ ਪੁਲਿਸ ਜ਼ਰੂਰ ਸਰਚ ਕਰ ਰਹੀ ਹੈ, ਔਰ ਉਹਦੇ ਜਿਹੜੇ ਆਸ-ਪਾਸ ਦੇ ਪਿੰਡ ਹੈਗੇ ਉਹਨਾਂ ਵਿੱਚ ਵੀ ਪੁਲਿਸ ਵੱਲੋਂ ਸਰਚ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਇਹ ਮੋਟਰਸਾਈਕਲ ਤੇ ਸਵਾਰ ਹੋ ਕੇ ਜਾਂ ਗਨ ਪੁਆਇੰਟ ਤੇ ਜਿਨ੍ਹਾਂ ਨੇ ਮੋਟਰਸਾਈਕਲ ਹੈਗਾ ਉਹਨਾਂ ਦੀ ਭਾਲ ਕੀਤੀ ਜਾਵੇ ਤਾਂ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਜੀ ਸ਼ੁਕਰੀਆ ਸੁਰਿੰਦਰ, ਫਿਲਹਾਲ ਪੂਰੀ ਜਾਣਕਾਰੀ ਦੇ ਲਈ। ਤਾਂ ਜਲਦ ਗ੍ਰਿਫਤਾਰੀ ਦੀ ਕੋਸ਼ਿਸ਼ ਹੋਏਗੀ। ਦੋ ਮੋਟਰਸਾਈਕਲ ਪੁਲਿਸ ਨੇ ਰਿਕਵਰ ਕੀਤੇ ਨੇ, ਦੋ ਹੋਰ ਮੋਟਰਸਾਈਕਲ ਬਰਾਮਦ ਹੋਏ ਨੇ ਨੰਗਲ ਅੰਬੀਆਂ ਦੇ ਵਿੱਚ ਗੁਰੂ ਘਰ 'ਚ, ਜਿੱਥੇ ਆਪਣਾ ਭੇਸ ਵਟਾ ਕੇ ਆਪਣਾ ਹੁਲੀਆ ਤਬਦੀਲ ਕਰਕੇ ਅੰਮ੍ਰਿਤਪਾਲ ਉੱਥੋਂ ਫਰਾਰ ਹੋਇਆ ਸੀ। ਇੱਕ ਮੋਟਰਸਾਈਕਲ ਦੇ ਉੱਤੇ, ਇੱਕ ਪਲੈਟੀਨਾ ਮੋਟਰਸਾਈਕਲ ਦੇ ਉੱਤੇ ਪਵਲਪ੍ਰੀਤ ਚਲਾ ਰਿਹਾ ਸੀ ਤੇ ਪਿੱਛੇ ਅੰਮ੍ਰਿਤਪਾਲ ਗੁਲਾਬੀ ਪੱਗ ਕਾਲੇ ਚਸ਼ਮੇ ਦੇ ਵਿੱਚ ਬੈਠਾ ਸੀ। ਤਾਂ ਉੱਥੇ ਹੀ ਉਸਦੇ ਕਈ ਹੋਰ ਸਾਥੀ ਮੌਜੂਦ ਸੀ ਜੋ ਉਹਨਾਂ ਦੇ ਮਦਦਗਾਰ ਸੀ, ਜੋ ਉੱਥੇ ਮੌਕੇ ਤੇ ਪਹੁੰਚੇ ਹੋਏ ਸੀ। CCTV ਤਸਵੀਰਾਂ ਦੇ ਵਿੱਚ ਇਹ ਬੁਲਟ ਮੋਟਰਸਾਈਕਲ ਜੋ ਹੁਣ ਬਰਾਮਦ ਹੋ ਗਿਆ, ਬੁਲਟ ਮੋਟਰਸਾਈਕਲ ਨਜ਼ਰ ਆ ਰਿਹਾ ਹੈ। ਤਿੰਨ ਲੋਕ ਇਸ ਬੁਲਟ ਮੋਟਰਸਾਈਕਲ ਤੇ ਸਵਾਰ ਸੀ। ਅੰਮ੍ਰਿਤਪਾਲ ਤੇ ਪਵਲਪ੍ਰੀਤ ਫਰਾਰ ਹੁੰਦੇ ਨੇ, ਦੂਸਰੇ ਪਾਸੇ ਇਹ ਲੋਕ ਫਰਾਰ ਹੁੰਦੇ ਨੇ ਤੇ ਰਸਤੇ 'ਚ ਜਾਂਦੇ ਹੋਏ ਦੋ ਲੋਕ ਜੋ ਆਪਣੇ ਕਿਸੇ ਹੋਰ ਪਿੰਡ ਜਾ ਰਹੇ ਸੀ ਉਹਨਾਂ ਦੀ ਬਾਈਕ ਨੂੰ ਟੱਕਰ ਮਾਰਦੇ ਨੇ, ਉਹਨਾਂ ਨੂੰ ਰੋਕਦੇ ਨੇ, ਉਹਨਾਂ ਦੀ ਬਾਈਕ ਖੋਹਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਲੋਕਾਂ ਦੇ ਵੱਲੋਂ ਬਾਈਕ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਫਿਰ ਪਿਸਤੌਲ ਦਿਖਾਉਂਦੇ ਨੇ ਤੇ ਉਸ ਤੋਂ ਬਾਅਦ ਬਾਈਕ ਉੱਥੋਂ ਲੈ ਕੇ ਫਰਾਰ ਹੋ ਜਾਂਦੇ ਨੇ। ਆਪਣਾ ਬੁਲਟ ਮੋਟਰਸਾਈਕਲ ਚਾਬੀ ਸਣੇ ਉੱਥੇ ਹੀ ਛੱਡ ਜਾਂਦੇ ਨੇ ਤੇ ਉਹ ਲੋਕ ਜਿਨ੍ਹਾਂ ਤੋਂ ਬਾਈਕ ਖੋਇਆ ਗਿਆ ਸੀ
ਉਹ ਫਿਰ ਇਸ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਪਹੁੰਚਦੇ ਨੇ ਤੇ ਹੁਣ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਹ ਬਾਈਕ ਦੇ ਦਿੱਤਾ ਗਿਆ ਹੈ, ਸੌਂਪ ਦਿੱਤਾ ਗਿਆ ਹੈ, ਦਰਖਾਸਤ ਦਿੱਤੀ ਗਈ ਹੈ, FIR ਦਰਜ ਕਰਵਾਈ ਗਈ ਹੈ, ਜਿਸ ਤੋਂ ਬਾਅਦ ਇਹ ਬਾਈਕ ਜਿਹੜਾ ਉਹਨਾਂ ਦਾ ਬਾਈਕ ਸੀ ਉਹ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। 2 ਬਾਈਕ ਬਰਾਮਦ ਹੋਏ ਨੇ। ਤਾਂ ਸਵਾਲ ਬਹੁਤ ਸਾਰੇ ਨੇ ਕਿ ਅੰਮ੍ਰਿਤਪਾਲ ਆਖਰ ਗਿਆ ਕਿੱਥੇ, ਕਿਉਂਕਿ ਉਸ ਦੀ ਮਦਦ ਜਿਨ੍ਹਾਂ ਦੇ ਵੱਲੋਂ ਕੀਤੀ ਗਈ ਉਹ ਵੀ ਵਾਹਨ ਬਦਲ ਕੇ ਫਰਾਰ ਹੋ ਰਹੇ ਨੇ। ਜਿਸ ਤਰੀਕੇ ਦੇ ਨਾਲ ਅੰਮ੍ਰਿਤਪਾਲ ਦੇ ਵੱਲੋਂ ਕਦੇ ਕੋਈ ਕਾਰ, ਕਦੇ ਕੋਈ ਗੱਡੀ ਤੇ ਫਿਰ ਕੋਈ ਬਾਈਕ, ਕਦੇ ਕਿਸੇ ਸ਼ਖਸ ਦੇ ਨਾਲ ਇਸ ਤਰੀਕੇ ਦੇ ਨਾਲ ਅੰਮ੍ਰਿਤਪਾਲ ਫਰਾਰ ਹੋਇਆ ਹੈ ਤੇ ਉਸਦੇ ਸਾਥੀ ਵੀ ਇਸੇ ਤਰੀਕੇ ਦੇ ਨਾਲ ਆਪਣਾ ਬਾਈਕ ਛੱਡ ਕੇ ਫਿਰ ਕਿਸੇ ਹੋਰ ਦਾ ਬਾਈਕ ਖੋ ਕੇ ਫਿਰ ਅੱਗੇ ਕਿੱਥੇ ਗਏ ਨਹੀਂ ਪਤਾ। ਰਣਬੀਰ ਰਾਣਾ ਮੇਰੇ ਸਹਿਯੋਗੀ ਜੁੜੇ ਨੇ। ਰਣਬੀਰ, 2 ਬਾਈਕ ਬਰਾਮਦ ਹੋਏ ਨੇ। ਜਿੱਥੇ ਅੰਮ੍ਰਿਤਪਾਲ ਗਾਇਬ ਹੈ ਉੱਥੇ ਹੀ ਅੰਮ੍ਰਿਤਪਾਲ ਦੀ ਮਦਦ ਕਰਨ ਵਾਲੇ ਵੀ ਉਸੇ ਹੀ ਤਰੀਕੇ ਨਾਲ ਵਾਹਨ ਬਦਲ ਕੇ ਫਰਾਰ ਹੁੰਦੇ ਨਜ਼ਰ ਆ ਰਹੇ ਨੇ। ਜੋ ਇਹ ਖਬਰਾਂ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ ਨੇ, ਆਪਣਾ ਬਾਈਕ ਛੱਡ ਦਿੱਤਾ, ਕਿਸੇ ਹੋਰ ਦਾ ਖੋਹ ਲਿਆ, ਫਿਰ ਅੱਗੇ ਇਹ ਬਾਈਕ ਵੀ ਬਰਾਮਦ ਹੋ ਗਿਆ ਤਾਂ ਉਸਦੇ ਮਦਦ ਕਰਨ ਵਾਲੇ ਸਾਥੀ ਵੀ ਗਾਇਬ ਨੇ। ਬਿਲਕੁਲ, ਜਿਸ ਢੰਗ ਦੇ ਨਾਲ ਤੁਸੀਂ ਦੇਖ ਰਹੇ ਹੋ CCTV ਫੁਟੇਜ ਸਾਹਮਣੇ ਆ ਰਹੀਆਂ ਨੇ ਤੇ ਪੁਲਿਸ ਲਗਾਤਾਰ ਬਾਈਕਸ ਬਰਾਮਦ ਕਰ ਰਹੀ ਹੈ ਜਿਨ੍ਹਾਂ ਦੇ ਰਾਹੀਂ ਜਿਹੜੇ ਅੰਮ੍ਰਿਤਪਾਲ ਹੈ ਜਾਂ ਅੰਮ੍ਰਿਤਪਾਲ ਦੇ ਸਾਥੀ ਫਰਾਰ ਹੋ ਰਹੇ ਨੇ। ਤਾਂ ਜਿਸ ਢੰਗ ਦੇ ਨਾਲ ਤੁਸੀਂ ਦੇਖੋ ਕਿ 3 ਸ਼ਖਸ ਸੀਗੇ ਜਦੋਂ ਇਹ ਪਿੰਡ ਨੰਗਲ ਅੰਬੀਆਂ ਤੋਂ ਫਰਾਰ ਹੋਏ ਨੇ। 3 ਸ਼ਖਸ ਸੀਗੇ ਜਿਹੜੇ ਬੁਲਟ ਮੋਟਰਸਾਈਕਲ ਤੇ ਫਰਾਰ ਹੋਏ ਸੀ। ਅੰਮ੍ਰਿਤਪਾਲ ਤੇ ਪਪਲਪ੍ਰੀਤ ਜਿਹੜਾ ਹੈ ਉਹ ਇੱਕ ਪਲੈਟੀਨਾ ਬਾਈਕ ਤੇ ਫਰਾਰ ਹੋਏ ਸੀਗੇ ਤੇ ਪਲੈਟੀਨਾ ਬਾਈਕ ਪੁਲਿਸ ਦੇ ਵੱਲੋਂ ਕੱਲ ਜਿਹੜਾ ਇਹ ਸੀਚੇਵਾਲ ਨੇੜਿਓਂ ਬਰਾਮਦ ਕਰ ਲਿਆ ਗਿਆ ਸੀਗਾ। ਜਿਸ ਤੋਂ ਬਾਅਦ ਹੁਣ ਜਿਹੜੀ ਨਵੀਂ ਅਪਡੇਟ ਹੈ ਉਸ ਦੇ ਵਿੱਚ ਬੁਲਟ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ, ਦੂਸਰਾ ਬਾਈਕ ਜੋ ਖੋਹਿਆ ਗਿਆ ਸੀ। ਜਿਹੜੇ ਇਹ 3 ਸ਼ਖਸ ਨੇ ਇਹ ਸਵਾਰ ਹੁੰਦੇ ਨੇ ਬੁਲਟ ਮੋਟਰਸਾਈਕਲ ਤੇ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਜਿਹੜੇ 2 ਨੌਜਵਾਨ ਜਾ ਰਹੇ ਸੀਗੇ ਉਹਨਾਂ ਤੋਂ ਇਹ ਮੋਟਰਸਾਈਕਲ ਖੋਹਦੇ ਨੇ ਤੇ ਉਹ ਇਹਨਾਂ ਦਾ ਮੋਟਰਸਾਈਕਲ ਲੈ ਕੇ ਅੱਗੇ ਚਲੇ ਜਾਂਦੇ ਨੇ। ਹੋ ਸਕਦਾ ਕਿ ਆਪਣੀ, ਕਿਉਂਕਿ ਜਿਹੜੀ CCTV ਫੁਟੇਜ ਹੈ ਬੁਲਟ ਦੀ ਉਹ ਸਾਹਮਣੇ ਆ ਚੁੱਕੀ ਸੀਗੀ, ਪਹਿਚਾਣ ਜਿਹੜੀ ਹੈ ਬੁਲਟ ਦੀ ਉਹ ਹੋ ਚੁੱਕੀ ਸੀਗੀ। ਇਸ ਕਰਕੇ ਇਹਨਾਂ ਨੇ ਆਪਣਾ ਕੋਸ਼ਿਸ਼ ਕੀਤੀ ਕਿ ਸਾਡਾ ਪਤਾ ਨਾ ਲੱਗ ਸਕੇ, ਜਦੋਂ ਤੱਕ ਪੁਲਿਸ ਪਹੁੰਚੇਗੀ ਅਸੀਂ ਅੱਗੇ ਨਿਕਲ ਜਾਵਾਂਗੇ। ਤਾਂ ਇਹਨਾਂ ਨੇ ਬੁਲਟ ਦੀ ਥਾਂ ਤੇ ਦੂਸਰਾ ਬਾਈਕ ਬਦਲ ਲਿਆ। ਉਸ ਤੋਂ ਬਾਅਦ ਇਹ ਅੱਗੇ ਫਰਾਰ ਹੁੰਦੇ ਨੇ ਤੇ ਪੁਲਿਸ ਦੇ ਵੱਲੋਂ ਹੁਣ ਦੋਵੇਂ ਬਾਈਕ, ਜਿਹੜਾ ਉਹ ਬੁਲਟ ਮੋਟਰਸਾਈਕਲ ਹੈ, ਕਿਉਂਕਿ ਉਹ ਨੌਜਵਾਨ ਦੋਵੇਂ ਨੌਜਵਾਨ ਜਿਹੜਾ ਉਹ ਬੁਲਟ ਮੋਟਰਸਾਈਕਲ ਆਪਣੇ ਘਰ ਲੈ ਗਏ ਸੀ। ਉਹਨਾਂ ਦਾ ਕਹਿਣਾ ਸੀਗਾ ਕਿ ਇਹਨਾਂ ਨੇ ਜ਼ਬਰਦਸਤੀ ਉਹਨਾਂ ਦਾ ਮੋਟਰਸਾਈਕਲ ਖੋਇਆ ਤੇ ਉਹਨਾਂ ਦੇ ਬੁਲਟ ਮੋਟਰਸਾਈਕਲ ਉਹਨਾਂ ਦੇ ਬਾਈਕ ਦੇ ਵਿੱਚ ਮਾਰ ਕੇ ਉਹਨਾਂ ਨੂੰ ਰੋਕ ਲਿਆ। ਜਿਸ ਤੋਂ ਬਾਅਦ ਧੱਕੇ ਨਾਲ ਉਹਨਾਂ ਦਾ ਮੋਟਰਸਾਈਕਲ ਖੋ ਕੇ ਉਹ ਨੌਜਵਾਨ ਫਰਾਰ ਹੁੰਦੇ ਨੇ ਤੇ ਕਿਉਂਕਿ ਮੋਟਰਸਾਈਕਲ ਦੇ ਵਿੱਚ ਬੁਲਟ ਦੇ ਵਿੱਚ ਚਾਬੀ ਲੱਗੀ ਹੁੰਦੀ ਹੈ ਤੇ ਇਹ ਵੀ ਇਸੇ ਢੰਗ ਦੇ ਨਾਲ ਆਪਣੇ ਉਹ ਬੁਲਟ ਲੈ ਆਉਂਦੇ ਨੇ। ਪਰ ਹੁਣ ਪੁਲਿਸ ਨੇ ਦੋਵੇਂ ਜਿਹੜੇ ਬਾਈਕਸ ਨੇ ਉਹ ਬਰਾਮਦ ਕਰ ਲਏ ਨੇ। ਪਰ ਸਵਾਲ ਜਿਹੜਾ ਸਭ ਤੋਂ ਵੱਡਾ ਹੈ ਜੀ ਕਿ ਉਸ ਤੋਂ ਅੱਗੇ ਕੀ ਹੈ। ਹੁਣ ਬੁਲਟ ਤੇ ਭੱਜੇ, ਬੁਲਟ ਤੋਂ ਬਾਅਦ ਇੱਕ ਹੋਰ ਬਾਈਕ ਜਿਹੜਾ ਸਪਲੈਂਡਰ ਦੱਸਿਆ ਜਾ ਰਿਹਾ ਉਸ ਤੇ ਫਰਾਰ ਹੋ ਗਏ। ਸਪਲੈਂਡਰ ਤੋਂ ਬਾਅਦ ਹੁਣ ਨੈਕਸਟ ਕੀ ਹੈ ਇਹ ਪੁਲਿਸ ਦੇਖਣਾ ਹੋਏਗਾ ਕਿ ਕਦੋਂ ਤੱਕ ਉਹਨਾਂ ਤੱਕ ਪਹੁੰਚ ਸਕਦੀ ਹੈ, ਕਿਉਂਕਿ ਹਾਲੇ ਪਪਲਪ੍ਰੀਤ ਸਿੰਘ, ਹਾਲੇ ਅੰਮ੍ਰਿਤਪਾਲ ਸਿੰਘ, ਹਾਲੇ ਜਿਹੜੇ ਇਹ 3 ਸ਼ਖਸ ਨੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ। ਪਰ ਜਿਸ ਢੰਗ ਦੇ ਨਾਲ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ ਠਿਕਾਣੇ ਬਦਲ ਰਹੇ ਨੇ, ਵਾਹਨ ਬਦਲ ਰਹੇ ਨੇ, ਤੁਸੀਂ ਦੇਖੋ ਕਿ ਮਰਸੀਡੀਜ਼ ਤੋਂ ਉਤਰ ਕੇ ਬਰੇਜ਼ਾ ਤੋਂ ਉਤਰ ਕੇ ਮੋਟਰਸਾਈਕਲ ਪਲਟੀਨਾ ਤੋਂ ਉਤਰ ਕੇ ਰੇੜੀ ਤੇ ਦੂਜੇ ਪਾਸੇ ਬੁਲਟ ਤੋਂ ਉਤਰ ਕੇ ਸਪਲੈਂਡਰ ਮੋਟਰਸਾਈਕਲ। ਤਾਂ ਇਹ ਲਗਾਤਾਰ ਆਪਣੇ ਟਿਕਾਣੇ ਤੇ ਆਪਣੇ ਵਾਹਨ ਜਿਹੜੇ ਲਗਾਤਾਰ ਬਦਲ ਰਹੇ ਨੇ। ਪਰ ਇਹ ਸਾਰੀਆਂ ਲੋਕੇਸ਼ਨਸ ਤੁਸੀਂ ਇੱਕ ਗੱਲ ਨੋਟ ਕਰੋ ਕਿ ਸਾਰੀਆਂ ਜਲੰਧਰ ਦੇ ਨੇੜਲੇ ਇਲਾਕੇ ਦੇ ਵਿੱਚ ਹੀ ਨਹੀਂ। ਤਾਂ ਜਲੰਧਰ ਦੇ ਨੇੜਲੇ ਇਲਾਕੇ ਦੇ ਵਿੱਚ ਜਿਹੜਾ ਰੇਡੀਅਸ ਜਾਂ ਡਾਇਆਮੀਟਰ ਜੇ ਦੇਖਿਆ ਜਾਵੇ ਤਾਂ ਜਲੰਧਰ ਦੇ 50-60 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਹੜਾ ਪਹਿਲਾਂ ਬਾਈਕ ਮਿਲਿਆ ਉਹ ਵੀ। ਤਾਂ ਇਹ ਜਿਹੜੀਆਂ ਫੁਟੇਜ ਨੇ ਚਾਹੇ ਸ਼ਾਮ ਤੱਕ ਸਾਹਮਣੇ ਆਈਆਂ, ਚਾਹੇ ਉਸ ਤਰੀਕ ਦੀਆਂ ਸਾਹਮਣੇ ਆਈਆਂ, ਚਾਹੇ ਦੂਜੇ ਦਿਨ ਦੀਆਂ ਵੀ ਸਾਹਮਣੇ ਆਈਆਂ, ਤਾਂ ਕਾਫੀ ਜਿਹੜੀਆਂ CCTV ਫੁਟੇਜਸ ਨੇ ਉਹ ਜਲੰਧਰ ਦੇ ਨੇੜਲੇ ਇਲਾਕਿਆਂ ਦੇ ਵਿੱਚ ਨੇ। ਜਿਸ ਤੋਂ ਇਹ ਵੀ ਸ਼ੱਕ ਹੋਰ ਜਿਹੜਾ ਪੁਖਤਾ ਹੋ ਰਿਹਾ ਹੈ, ਸੰਭਾਵਨਾ ਜ਼ਿਆਦਾ ਵੱਧ ਗਈ ਹੈ ਕਿ ਅੰਮ੍ਰਿਤਪਾਲ ਅਤੇ ਉਸਦੇ ਸਾਥੀ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਹੀ ਕਿਤੇ ਲੁਕੇ ਹੋ ਸਕਦੇ ਨੇ। ਹਾਲਾਂਕਿ ਪੁਲਿਸ ਲਗਾਤਾਰ ਪਿੱਛਾ ਕਰ ਰਹੀ ਹੈ, CCTV ਫੁਟੇਜ ਖੰਗਾਲ ਰਹੀ ਹੈ, ਚਸ਼ਮਦੀਦ ਜਿਹੜੇ ਨੇ ਉਹਨਾਂ ਨੂੰ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਜਿੱਥੇ ਪਨਾਹ ਲਈ ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਨੇ, ਜਿੱਥੇ ਉਹਨਾਂ ਨੇ ਵਾਹਨ ਖੋਹੇ, ਬੰਦਕ ਬਣਾਇਆ, ਜਿਵੇਂ ਜਿੱਥੇ ਰਹੇ, ਜਿੰਨਾ ਟਾਈਮ ਕੱਟਿਆ, ਉਹ ਸਾਰਿਆਂ ਦੀ ਪੈੜ ਜ਼ਰੂਰ ਨੱਪ ਰਹੀ ਹੈ। ਪਰ ਸਵਾਲ ਫਿਰ ਉਹੀ ਹੈ ਕਿ ਕਦੋਂ ਤੱਕ ਪੁਲਿਸ ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਤੱਕ ਬਿਲਕੁਲ ਕਈ ਸਾਰੇ ਸਵਾਲ ਜ਼ਰੂਰ ਉੱਠਦੇ ਨੇ। ਰਣਬੀਰ, ਜੋ ਆਪਾਂ ਜ਼ਿਕਰ ਕਰ ਰਹੇ ਹਾਂ 6ਵਾਂ ਦਿਨ ਹੈ ਅੱਜ, ਅਜੇ ਤੱਕ ਸਿਰਫ 18 ਮਾਰਚ ਦੀਆਂ CCTV ਫੁਟੇਜ ਮਿਲ ਰਹੀਆਂ ਨੇ ਇੱਕ ਕਰਕੇ, ਯਾਨੀ ਕਿ 5 ਦਿਨ ਪੁਲਿਸ ਅਸੀਂ ਕਹਿ ਸਕਦੇ ਕਿ ਪਿੱਛੇ ਚੱਲ ਰਹੀ ਹੈ। 5 ਦਿਨਾਂ ਦੇ ਵਿੱਚ ਇੱਕ ਸ਼ਖਸ ਕਿਤੇ ਵੀ ਪਹੁੰਚਿਆ ਹੋ ਸਕਦਾ ਹੈ। ਜੇ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਹੋਇਆ, ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ,
ਤਾਂ 5 ਦਿਨ ਦੇ ਵਿੱਚ ਤਾਂ ਉਹ ਜਲੰਧਰ ਇਲਾਕੇ ਦੇ ਵਿੱਚ ਨਹੀਂ ਰੁਕੇਗਾ, 5 ਦਿਨ ਦੇ ਵਿੱਚ ਤਾਂ ਉਹ ਕਿਤੇ ਵੀ ਪਹੁੰਚਿਆ ਹੋ ਸਕਦਾ ਹੈ। ਤਾਂ ਲੱਗਦਾ ਹੈ ਕਿ ਜਿਹੜਾ ਇੰਟਰਨੈਟ ਕਿਤੇ ਨਾ ਕਿਤੇ ਬੈਨ ਹੋਇਆ ਉਸ ਦਾ ਜਿਹੜਾ ਨੁਕਸਾਨ ਵੀ ਵੇਖਣ ਨੂੰ ਮਿਲ ਰਿਹਾ, ਕਿਉਂਕਿ ਅਦਰਵਾਈਜ਼ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਉਹ ਬਹੁਤ ਛੇਤੀ ਸਰਕੂਲੇਟ ਹੁੰਦੀਆਂ ਨੇ ਤੇ ਬਹੁਤ ਸਾਰੇ ਅਜਿਹੇ ਕੇਸਿਸ ਦੇ ਵਿੱਚ ਜੇ ਪੁਲਿਸ ਨੇ ਕਿਸੇ ਕ੍ਰਿਮੀਨਲ ਨੂੰ ਵੀ ਫੜਨਾ ਹੋਏ ਤਾਂ ਉਸ ਨੂੰ ਬਹੁਤ ਜਲਦੀ ਫੜਿਆ ਜਾ ਸਕਦਾ ਹੁੰਦਾ ਹੈ। ਦੇਖੋ ਇਹਦੇ ਵਿੱਚ ਦੋਨੇ ਚੀਜ਼ਾਂ ਨੇ। ਇੱਕ ਤਾਂ ਜੇਕਰ ਤੁਸੀਂ ਦੇਖੋ ਕਿ ਹਰ ਚੀਜ਼ ਤੁਹਾਡੇ ਕੋਲੇ ਬਹੁਤ ਜਲਦੀ, ਜੇਕਰ ਤੁਸੀਂ 18 ਮਾਰਚ ਦੀ ਗੱਲ ਕਰਦੇ ਹੋ, ਉਸ ਤੋਂ ਬਾਅਦ 19 ਮਾਰਚ ਹੈ, 20 ਮਾਰਚ ਹੈ, ਜੇ ਉਹ ਸਾਰੀਆਂ ਫੁਟੇजेस ਜਿਹੜੀਆਂ ਹੁਣ ਮੀਡੀਆ ਤੱਕ ਪਹੁੰਚ ਰਹੀਆਂ ਨੇ, ਪੁਲਿਸ ਤੱਕ ਪਹੁੰਚ ਰਹੀਆਂ ਨੇ, ਜੇਕਰ ਉਹ ਪਹਿਲਾਂ ਹੀ ਮੀਡੀਆ ਤੱਕ ਪਹੁੰਚ ਜਾਣ ਜਾਂ ਜਾਂਦੀਆਂ ਹੁੰਦੀਆਂ ਤਾਂ ਹੋ ਸਕਦਾ ਉਹਨਾਂ ਦਾ ਫਾਇਦਾ ਜਿਹੜਾ ਹੈ ਉਹ ਅੰਮ੍ਰਿਤਪਾਲ ਜਾਂ ਉਸਦੇ ਸਾਥੀ ਵੀ ਉਠਾਉਂਦੇ, ਕਿਉਂਕਿ ਉਹ ਵੀ ਲਗਾਤਾਰ ਸੋਸ਼ਲ ਮੀਡੀਆ ਵੀ ਜੇਕਰ ਐਕਟਿਵ ਹੁੰਦਾ, ਟੀਵੀ ਦੇ ਥਰੂ ਵੀ ਜਾਂ ਹੋਰ ਮਾਧਿਅਮਾਂ ਰਾਹੀਂ ਵੀ ਉਹਨਾਂ ਕੋਲ ਵੀ ਜਾਣਕਾਰੀਆਂ ਜਿਹੜੀਆਂ ਜਾਂਦੀਆਂ ਰਹਿੰਦੀਆਂ। ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਡਿਲੇ ਹੋ ਕੇ ਆ ਰਹੀਆਂ ਨੇ। ਉਹ ਕਿਵੇਂ ਡਿਲੇ ਹੋ ਰਹੀਆਂ ਨੇ ਇਹ ਵੀ ਵੱਡਾ ਸਵਾਲ ਹੈ, ਕਿਉਂਕਿ ਅਕਸਰ ਹੁੰਦਾ ਕੀ ਹੈ ਕਿ ਜਿਹੜੀ ਸੀਸੀਟੀਵੀ ਫੁਟੇਜ ਹੈ ਕੋਈ ਜਾਂ ਮੀਡੀਆ ਪਰਸਨ ਜਾਂ ਕੋਈ ਆਮ ਸ਼ਖਸ ਜੇਕਰ ਕਿਸੇ ਤੋਂ ਲੈਣਾ ਚਾਹੇਗਾ ਤਾਂ ਉਹ ਨਹੀਂ ਦੇਗਾ। ਲੋਕ ਨਹੀਂ ਫਸਣਾ ਚਾਹੁੰਦੇ, ਉਹਨਾਂ ਨੂੰ ਡਰਦੇ ਨੇ ਕਿ ਅਸੀਂ ਕਿਤੇ ਇਸ ਕੰਮ ਦੇ ਵਿੱਚ ਨਾ ਆ ਜਾਈਏ। ਤਾਂ ਪਰ ਪੁਲਿਸ ਜਦੋਂ ਜਾਂਦੀ ਹੈ ਕਿਸੇ ਦੇ ਘਰ, ਉਹਨੂੰ ਲੱਗਦਾ ਕਿ ਇਸ ਰਸਤਿਓਂ ਸੀਸੀਟੀਵੀ ਖੰਗਾਲੀ ਜਾਵੇ ਤਾਂ ਉਹ ਪੁਲਿਸ ਨੂੰ ਸੀਸੀਟੀਵੀ ਜਿਹੜੀ ਆ ਉਹ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ, ਫਿਰ ਉਸ ਤੇ ਪੁਲਿਸ ਐਕਸ਼ਨ ਲੈਂਦੀ ਹੈ। ਠੀਕ ਹੈ ਕਿ ਪਬਲਿਕ ਡੋਮੇਨ ਦੇ ਵਿੱਚ ਜਾਂ ਮੀਡੀਆ ਤੱਕ ਇਹ ਵੀਡੀਓਜ਼ ਜ਼ਰੂਰ 4 ਤੋਂ 5 ਦਿਨ ਲੇਟ ਨੇ, ਪਿੱਛੇ ਚੱਲ ਰਹੀਆਂ ਨੇ, ਪਰ ਪੁਲਿਸ ਕੋਲ ਜ਼ਰੂਰ ਇਸ ਤੋਂ ਅੱਗੇ ਦੀ ਜਾਣਕਾਰੀ ਹੋਏਗੀ। ਜਿਸ ਢੰਗ ਦੇ ਨਾਲ ਪੁਲਿਸ ਦਾ ਇੱਕ ਤਰੀਕਾ ਹੁੰਦਾ ਕੰਮ ਕਰਨ ਦਾ, ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖੋ ਕਿ ਜਿਹੜਾ ਨੌਜਵਾਨਾਂ ਨੂੰ ਜਿਨ੍ਹਾਂ ਨੇ ਬਰੇਜ਼ਾ ਗੱਡੀ ਪ੍ਰੋਵਾਈਡ ਕਰਵਾਈ ਜਾਂ ਜਿਹੜੇ ਬਰੇਜ਼ਾ ਤੋਂ ਬਾਅਦ ਜਿਨ੍ਹਾਂ ਨੇ ਬਾਈਕ ਪ੍ਰੋਵਾਈਡ ਕਰਵਾਏ, ਜਿਨ੍ਹਾਂ ਨੇ ਉੱਥੇ ਮਦਦ ਕੀਤੀ ਨੰਗਲ ਕੰਬੀਆਂ ਪਿੰਡ ਦੇ ਵਿੱਚ, ਉਹ ਚਾਰੋਂ ਨੌਜਵਾਨ ਪੁਲਿਸ ਦੇ ਅੜਿੱਕੇ ਨੇ। ਜਿਹੜੀ ਬਰੇਜ਼ਾ ਗੱਡੀ ਜਿਸ ਘਰ ਦੇ ਵਿੱਚ ਖੜੀ ਪਾਈ ਗਈ ਉਹ ਵੀ ਪੁਲਿਸ ਦੇ ਅੜਿੱਕੇ ਹੈ। ਜਿੱਥੇ ਹਰਜੀਤ ਸਿੰਘ ਖੜਾ ਮਿਲਿਆ, ਰੁਕਿਆ ਮਿਲਿਆ 29 ਘੰਟੇ ਉਦੋਵਾਲ ਪਿੰਡ ਦੇ ਵਿੱਚ, ਉਹ ਵੀ ਸਰਪੰਚ ਦੇ ਬਿਆਨ ਜਿਹੜੇ ਸਾਹਮਣੇ ਨੇ। ਜਿੱਥੇ ਗ੍ਰੰਥੀ ਸਿੰਘ ਦੇ ਕੱਪੜੇ ਜਿੱਥੇ ਜਿਸ ਥਾਂ ਤੇ ਬਦਲੇ ਗਏ, ਜਿਸ ਥਾਂ ਤੋਂ ਲਏ ਗਏ, ਜਿਸ ਥਾਂ ਤੋਂ ਅੰਮ੍ਰਿਤਪਾਲ ਗਿਆ, ਉਹ ਵੀ ਸਾਹਮਣੇ ਆ ਚੁੱਕਿਆ। ਪੁਲਿਸ ਬਿਆਨ ਜਿਹੜੇ ਲਿਖਾਏ ਜਾ ਚੁੱਕੇ ਨੇ। ਤਾਂ ਇਹ ਜ਼ਰੂਰ ਹੈ, ਠੀਕ ਹੈ ਕਿ ਇਨਫੋਰਮੇਸ਼ਨ ਜਿਹੜੀ ਆ ਪੁਲਿਸ, ਕਿਉਂਕਿ ਜੇਕਰ ਨਾਲ ਦੀ ਨਾਲ ਇਨਫੋਰਮੇਸ਼ਨ ਮੀਡੀਆ ਤੱਕ ਪਹੁੰਚੇਗੀ ਜਾਂ ਲੋਕਾਂ ਤੱਕ ਪਹੁੰਚੇਗੀ, ਫਿਰ ਕ੍ਰਿਮੀਨਲ ਨੂੰ ਜਾਂ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਵੀ ਉਸ ਦਾ ਕਾਫੀ ਫਾਇਦਾ ਹੋ ਜਾਂਦਾ ਕਿ ਪੁਲਿਸ ਤਾਂ ਇੱਕ ਤੱਕ ਪਹੁੰਚ ਗਈ, ਹੁਣ ਅੱਗੇ ਅਸੀਂ ਕੀ ਕਰਨਾ ਹੈ। ਤਾਂ ਇਹ ਜ਼ਰੂਰ ਥੋੜਾ ਡਿਲੇ ਤਾਂ ਚੱਲਦਾ ਹੁੰਦਾ ਹੈ, ਪਰ ਹਾਂ ਪੁਲਿਸ ਕੋਲ ਕਿੰਨੇ ਦਿਨ ਦੀ ਇਨਫੋਰਮੇਸ਼ਨ ਹੈ? ਕੀ ਪੁਲਿਸ ਕੋਲ ਸਿਰਫ 18 ਤਰੀਕ ਤੱਕ ਦੀ ਹੋਈ ਹੈ ਜਾਂ ਉਸ ਤੋਂ ਬਾਅਦ ਦੀਆਂ ਵੀ ਸੀਸੀਟੀਵੀ ਫੁਟੇਜ ਨੇ, ਕਿਸ ਰਸਤੇ ਨੂੰ ਅੰਮ੍ਰਿਤਪਾਲ ਗਿਆ? ਪਰ ਜੇਕਰ ਇੰਨਾ ਮੰਨ ਲਿਆ ਜਾਵੇ ਕਿ ਸਿਰਫ 19 ਤਰੀਕ ਤੱਕ ਦੀ ਹੀ ਫੁਟੇਜ ਹੈ ਜਾਂ 18 ਤਰੀਕ ਤੱਕ ਦੀ ਹੀ ਸੀਸੀਟੀਵੀ ਸਾਹਮਣੇ ਆਈ ਹੈ ਕਿ ਉਹ ਕਿਸ ਰਸਤਿਓਂ ਗਿਆ, ਫਿਰ ਜ਼ਰੂਰ ਅੰਮ੍ਰਿਤਪਾਲ ਬਹੁਤ ਦੂਰ ਨਿਕਲ ਗਿਆ ਹੋ ਸਕਦਾ ਹੈ। ਪਰ ਇਹ ਸਾਰੀਆਂ ਸੰਭਾਵਨਾਵਾਂ ਨੇ, ਇਹ ਸਾਰੀਆਂ ਸੰਭਾਵਨਾਵਾਂ ਨੇ ਜਿਨ੍ਹਾਂ ਤੇ ਅਸੀਂ ਗੱਲ ਕਰ ਰਹੇ ਹਾਂ। ਪੋਸੀਬਿਲਿਟੀਜ਼ ਕੀ ਨੇ? ਕਿਉਂਕਿ ਹਾਲਾਂਕਿ ਜਦੋਂ ਤੱਕ ਇਹ ਵੀਡੀਓ ਸਾਹਮਣੇ ਨਹੀਂ ਸੀ ਆਈਆਂ ਉਦੋਂ ਤੱਕ ਲੋਕਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸ਼ੱਕ ਸੀਗੇ, ਬਹੁਤ ਸਾਰੇ ਸਵਾਲ ਸੀਗੇ ਕਿ ਕੀ ਪਹਿਲਾਂ ਤਾਂ ਇਹ ਵੀ ਸਵਾਲ ਸੀਗਾ ਕਿ ਅੰਮ੍ਰਿਤਪਾਲ ਫਰਾਰ ਹੋ ਵੀ ਸਕਦਾ ਹੈ, ਕਿਉਂਕਿ ਜਿਸ ਤਰ੍ਹਾਂ ਦੇ ਬਿਆਨ ਸੀਗੇ ਅੰਮ੍ਰਿਤਪਾਲ ਦੇ, ਤਾਂ ਬਹੁਤੇ ਲੋਕ ਜਾਂ ਬਹੁਤੇ ਉਹਨਾਂ ਦੇ ਫੋਲੋਅਰ ਜਾਂ ਸਮਰਥਕ ਜਾਂ ਉਹਨਾਂ ਨੂੰ ਪਸੰਦ ਕਰਨ ਵਾਲੇ ਕਹਿ ਲਈਏ, ਉਹ ਇਹ ਮੰਨਦੇ ਨਹੀਂ ਸੀਗੇ ਕਿ ਨਹੀਂ ਅੰਮ੍ਰਿਤਪਾਲ ਫਰਾਰ ਹੋ ਹੀ ਨਹੀਂ ਸਕਦਾ। ਫਿਰ ਜਦੋਂ ਵੀਡੀਓ ਸਾਹਮਣੇ ਆਉਣ ਲੱਗੀਆਂ, ਇੱਕ ਤੋਂ ਬਾਅਦ ਇੱਕ ਸੀਸੀਟੀਵੀ ਫੁਟੇਜ ਆਉਣ ਲੱਗੀਆਂ ਕਿ ਕਿਵੇਂ ਮਰਸੀਡੀਜ਼ ਭਜਾਈ, ਕਿਵੇਂ ਪੁਲਿਸ ਦੀਆਂ ਗੱਡੀਆਂ ਪਿੱਛੇ ਨੇ, ਤਾਂ ਫਿਰ ਥੋੜਾ ਲੋਕਾਂ ਨੂੰ ਯਕੀਨ ਹੋਇਆ ਕਿ ਵਾਕਈ ਫਰਾਰ ਹੋਇਆ। ਉਸ ਤੋਂ ਬਾਅਦ ਜਦੋਂ ਫਿਰ ਭੇਸ ਬਦਲਣ ਵਾਲੀ ਤੇ ਬਹੁਤ ਸਵਾਲ ਉੱਠੇ ਕਿ ਨਹੀਂ ਜੀ, ਇਹ ਤਾਂ ਹੋ ਹੀ ਨਹੀਂ ਸਕਦਾ ਕਿ ਅੰਮ੍ਰਿਤਪਾਲ ਭੇਸ ਬਦਲ ਕੇ ਚਲੇ ਜਾਵੇ, ਕਿਉਂਕਿ ਫਿਰ ਉਹੀ ਗੱਲ ਮੈਂ ਦੁਹਰਾ ਰਿਹਾ ਕਿ ਉਹ ਤਾਂ ਕਹਿੰਦੇ ਸੀਗੇ ਕਿ ਜਦੋਂ ਗ੍ਰਿਫਤਾਰੀ ਦੀ ਲੋੜ ਪਈ ਗ੍ਰਿਫਤਾਰੀ ਦੇ ਦਾਂਗੇ, ਜਦੋਂ ਸਿਰ ਦੇਣ ਦੀ ਲੋੜ ਪਈ ਸਿਰ ਵੀ ਦੇ ਦਾਂਗੇ। ਪਰ ਜਦੋਂ ਬਾਈਕ ਦੀ ਖਬਰ ਆਉਂਦੀ ਹੈ ਤਾਂ ਉਹ ਵੀ ਫਿਰ ਲੋਕਾਂ ਨੂੰ ਥੋੜਾ ਜਿਹਾ ਮੰਨਿਆ ਜਾਂਦਾ ਕਿ ਹਾਂ ਵਾਕਈ ਉੱਥੋਂ ਵੀ ਭੇਸ ਵੀ ਬਦਲਿਆ। ਫਿਰ ਉਸ ਤੋਂ ਬਾਅਦ ਇੱਕ ਰੇਹੜੀ ਵਾਲੀ ਫੁਟੇਜ ਆ ਜਾਂਦੀ ਹੈ ਕਿ ਰੇਹੜੀ ਤੇ ਬੈਠਾ ਜਾ ਰਿਹਾ ਅੰਮ੍ਰਿਤਪਾਲ, ਉਸ ਤੇ ਵੀ ਬਹੁਤ ਸਵਾਲ ਉੱਠਦੇ ਨੇ ਕਿ ਫੋਟੋਸ਼ਾਪ ਹੈਗੀ ਹੈ, ਇਹ ਫੈਬਰੀਕੇਟਡ ਹੈ, ਇਹ ਗਲਤ ਵੀਡੀਓ ਹੈ, ਇਹ ਗਲਤ ਫੋਟੋ ਹੈ। ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਇਸ ਢੰਗ ਦੇ ਨਾਲ ਜਾਣਬੁੱਝ ਕੇ ਕਰੈਕਟਰ ਅਸੈਸੀਨੇਸ਼ਨ ਅੰਮ੍ਰਿਤਪਾਲ ਸਿੰਘ ਦਾ ਕੀਤਾ ਜਾ ਰਿਹਾ। ਪਰ ਹੁਣ ਉਹ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ, ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਚੁੱਕੇ ਹਾਂ। ਤਾਂ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਤਾਂ ਬੀਤ ਰਹੀਆਂ ਨੇ, ਹੋ ਰਹੀਆਂ ਨੇ, ਵਾਪਰ ਰਹੀਆਂ ਨੇ, ਤੇ ਹੁਣ ਅੱਗੇ ਕੀ ਹੈ? ਕਿੱਥੋਂ ਤੱਕ ਪੁਲਿਸ ਪਹੁੰਚ ਰਹੀ ਹੈ, ਕਿੱਥੋਂ ਤੱਕ ਅੰਮ੍ਰਿਤਪਾਲ ਪਹੁੰਚ ਗਿਆ? ਇਹ ਸਾਰੇ ਹਾਲੇ ਸਵਾਲ ਨੇ ਜੋ ਜਿਵੇਂ ਜਿਵੇਂ ਜਾਂਚ ਜਾਰੀ ਹੈ, ਜਿਵੇਂ ਜਿਵੇਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਜਿਵੇਂ ਜਿਵੇਂ ਪਰਤਾਂ ਖੁੱਲ ਰਹੀਆਂ ਨੇ, ਉਵੇਂ ਉਵੇਂ ਲੋਕਾਂ ਤੱਕ ਜ਼ਰੂਰ ਅਸੀਂ ਪਹੁੰਚਾ ਰਹੇ ਹਾਂ। ਜੀ ਬਿਲਕੁਲ, ਬਹੁਤ ਸਾਰੇ ਸਵਾਲ ਅਜੇ ਵੀ ਬਣੇ ਹੋਏ ਨੇ। ਫਿਲਹਾਲ ਸ਼ੁਕਰੀਆ ਰਣਬੀਰ ਪੂਰੀ ਜਾਣਕਾਰੀ ਦੇ ਲਈ। ਤਾਂ ਵੱਖ-ਵੱਖ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ। ਪਹਿਲੇ ਦਿਨ ਦੀਆਂ ਤਸਵੀਰਾਂ ਨੇ 18 ਮਾਰਚ ਦੀਆਂ, ਜਿਸ ਦਿਨ ਇਹ ਪੂਰਾ ਆਪਰੇਸ਼ਨ ਸ਼ੁਰੂ ਹੋਇਆ ਸੀ ਅੰਮ੍ਰਿਤਪਾਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਖਿਲਾਫ, ਲੇਕਿਨ ਅਜੇ ਵੀ ਅੰਮ੍ਰਿਤਪਾਲ ਗਾਇਬ